ਤਖਤ ਚਵਰ ਛਤਰ ਦਾ ਮਾਲਕ, ਸ਼ਬਦ ਗੁਰੂ ਅਵਤਾਰ, ਗੁਰਗੱਦੀ ਤੇ ਬਿਰਾਜਮਾਨ, ਬਾਣੀ ਬੋਹਿਤ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਤਿ ਸੰਗ ਜੀਓ। ਆਓ ਜੋ ਚਿਰਾਂ ਤੋਂ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ, ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ। ਅੱਜ ਜੋ ਆਪਾਂ ਰਾਤ ਦਿਨ ਦੁੱਖਾਂ ਕਲੇਸ਼ਾਂ ਕਾੜਿਆਂ ਸਾੜਿਆਂ ਰੋਗਾਂ ਸੋਗਾਂ ਵਿੱਚ ਗਰਸੇ ਹੋਏ ਆ, ਇਹਨਾਂ ਤੋਂ ਆਪਾਂ ਨੂੰ ਛੁਟਕਾਰਾ ਮਿਲ ਜਾਵੇ, ਜਮਾਂ ਦੀ ਮਾਰ ਤੋਂ ਵੀ ਬਚ ਸਕੀਏ। ਅੱਜ 84 ਲੱਖ ਜੋ ਆਪਾਂ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਦੁਨੀਆ ਦੇਖਦੇ ਸੁਣਦੇ ਆ ਰਹੇ ਹਾਂ, ਇਹਨਾਂ ਤੋਂ ਵੀ ਸਾਡਾ ਛੁਟਕਾਰਾ ਹੋ ਜਾਵੇ। ਛੁਟਕਾਰਾ ਤੇ ਤਾਂ ਹੀ ਉਸ ਦਾ ਪਿਆਰਿਓ ਕਈਆਂ ਦਿਨਾਂ ਤੋਂ ਆਪਾਂ ਲੱਗੀ ਹੋਈ ਮਨ ਦੀ ਮਨ ਸਿੱਧਾ ਸ਼ਬਦਾਂ ਕਹਿ ਲਈਏ ਕਿ ਜਨਮਾਂ ਜਨਮਾਂਤਾਂ ਦੀ ਲੱਗੀ ਹੋਈ ਮਨ ਨੂੰ ਮੈਲ ਸਾਡੇ ਕੀਤੇ ਕਰਮਾਂ ਦੇ ਜੋ ਸੰਸਕਾਰ ਬਣ ਕੇ ਟਿਕੇ ਹੋਏ ਹਨ, ਉਹ ਆਪਣਾ ਰੂਪ ਦੁੱਖ ਤੇ ਸੁੱਖ ਵਿੱਚ ਬਦਲ ਕੇ ਸਾਡੇ ਕੋਲ ਆਉਂਦੇ ਜਾਂਦੇ ਨੇ। ਸਾਡੇ ਕੀਤਾ ਕਰਮਾਂ ਅਨੁਸਾਰ ਅਸੀਂ ਪਾਪ ਕੀਤਾ, ਉਹ ਸੰਸਕਾਰ ਬਣ ਕੇ ਛੋਟਾ ਜਿਹਾ ਕਣ ਬਣ ਕੇ ਸਾਡੇ ਮਨ ਤੇ ਟਿਕ ਗਿਆ। ਥੋੜਾ ਪੁੰਨ ਕਰਮ ਕੀਤਾ, ਥੋੜਾ ਪਾਪ ਕਰਮ ਕੀਤਾ, ਜਿੰਨਾ ਕੀਤਾ, ਜਿੰਨਾ ਪਾਪ ਕੀਤਾ, ਜਿੰਨਾ ਪੁੰਨ ਕੀਤਾ, ਭਲਾ ਕੀਤਾ, ਸੇਵਾ ਸੰਬੰਧ ਕੀਤਾ, ਇਹਦਾ ਭਾਵੇਂ ਸਮਾਂ ਜਿਹੜਾ ਲੰਬਾ ਹੈ, ਕਈ ਵਾਰ ਸਾਡੇ ਕੀਤੇ ਪਾਪ ਕਰਮਾਂ ਕਾਰਨ ਲੰਮਾ ਦੁੱਖ ਸਾਨੂੰ ਮਿਲਦਾ ਹੈ, ਕਿਉਂਕਿ ਬੀਜ ਪਾਪ ਦਾ ਬੀਜਿਆ ਗਿਆ ਕਿਸੇ ਕਾਰਨ, ਚਾਹੇ ਮਜਬੂਰੀ ਵਸ ਬੀਜਿਆ ਗਿਆ ਤੇ ਚਾਹੇ ਅਸੀਂ ਹੰਕਾਰ ਦੇ ਵਸ ਹੋ ਕੇ ਪਾਪ ਕਰਮ ਕੀਤਾ। ਜਿੰਨਾ ਕੁ ਪਾਪ ਕਰਮ ਕੀਤਾ ਉੱਡਾ ਕੁ ਫਲ ਸਾਨੂੰ ਜਿਹੜਾ ਮਿਲਿਆ, ਉਹ ਲੰਮਾ ਦੁੱਖ ਥੋੜਾ ਜਿਹਾ ਮਿਲ ਗਿਆ। ਲੇਕਿਨ ਉਹ ਹੈ ਤਾਂ ਇੱਕ ਕਣ ਦੇ ਰੂਪ ਵਿੱਚ ਸਾਡੇ ਮਨ ਤੇ। ਇਹ ਕਣ ਸਾਨੂੰ ਖੁੱਲੀਆਂ ਅੱਖਾਂ ਦੇ ਨਾਲ ਦੇਖ ਨਹੀਂ ਸਕਦੇ। ਇਹਨਾਂ ਨੂੰ ਅਸੀਂ ਕਿੰਨਾ ਕੁ ਵੱਡਾ ਬਰੀਕ, ਕਿਉਂ ਕਰੋੜਾਂ ਜਨਮਾਂ ਦੇ ਕਣ ਪਾਪਾਂ ਦੇ ਉਹ ਸਾਡੇ ਮਨ ਤੇ ਟਿਕੇ ਹੋਏ ਨੇ। ਉਹਨੂੰ ਕਿਵੇਂ ਦੇਖ ਸਕਦੇ ਅਸੀਂ?
ਔਖਾ ਹੈ ਨਾ। ਉਹਨੂੰ ਤੇ ਜਦੋਂ ਭੋਗਣਾ ਪਊਗਾ ਉਦੋਂ ਹੀ ਪਤਾ ਲੱਗਣਾ ਕਿ ਪਾਪ ਕਰਮ ਕੋਈ ਕੀਤਾ ਸੀ, ਉਹਦਾ ਫਲ ਜਿਹੜਾ ਉਹ ਦੁੱਖ ਭੋਗ ਰਿਹਾ ਮੈਂ। ਸੁੱਖ ਭੋਗਣ ਵਾਲੇ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਮੈਂ ਕਿਸੇ ਟਾਈਮ ਕੋਈ ਭਲੇ ਦਾ ਬੀਜ ਬੀਜਿਆ, ਜ਼ਿਆਦਾ ਬੀਜਿਆ ਥੋੜ੍ਹਾ ਬੀਜਿਆ ਉਹ ਗੱਲ ਵੱਖਰੀ। ਜ਼ਿਆਦਾ ਬੀਜਿਆ ਜ਼ਿਆਦਾ ਲੰਬਾ ਸੁੱਖ, ਥੋੜ੍ਹਾ ਕਰਮ ਪੁੰਨ ਕਰਮ ਬੀਜਿਆ ਤੇ ਥੋੜ੍ਹਾ ਸੁੱਖ। ਇੱਕ ਗੱਲ ਕਹਾਂ ਪਿਆਰਿਓ, ਦੁੱਖ ਤੋਂ ਸੁੱਖ, ਸੁੱਖ ਤੋਂ ਦੁੱਖ ਆਉਂਦਾ ਜਾਂਦਾ ਰਹਿੰਦਾ ਜੀਵਨ ਵਿੱਚ, ਕਿਉਂਕਿ ਸਦਾ ਤਾਂ ਅਸੀਂ ਪੁੰਨ ਨਹੀਂ ਕਰ ਸਕਦੇ, ਸਦਾ ਤਾਂ ਅਸੀਂ ਭਲਾ ਨਹੀਂ ਕਰ ਸਕਦੇ, ਸਦਾ ਅਸੀਂ ਪਾਪ ਵੀ ਨਹੀਂ ਕਰਦੇ। ਕੁਝ ਕੁ ਭਲੇ ਦੇ ਕਰਮ ਕਰ ਦਿੰਦੇ ਹਾਂ, ਕੁਝ ਕੁ ਬੁਰੇ ਪਾਪ ਦੇ ਕਰਮ ਕਰ ਦਿੰਦੇ ਹਾਂ। ਅਕਸਰ ਕਣ ਤੇ ਮੌਜੂਦ ਹੈ ਨਾ ਦੋਨਾਂ ਦੇ, ਤਾਂ ਜਿਵੇਂ ਜਿਵੇਂ ਉਹ ਪਰਤ ਖੁੱਲ੍ਹਦੀ ਸਾਡੇ ਉਹਨਾਂ ਸੰਸਕਾਰਾਂ ਦੀ, ਕੀਤੇ ਹੋਏ ਕਰਮਾਂ ਦੀ, ਦੁੱਖ ਦਾ ਸੰਸਕਾਰ ਸਾਹਮਣੇ ਆ ਗਿਆ ਕਿ ਜਿੱਡਾ ਕੁ ਵੱਡਾ ਪਾਪ ਕੀਤਾ ਉਨਾ ਕੁ ਵੱਡਾ ਦੁੱਖ ਸਾਨੂੰ ਆ ਗਿਆ। ਜਿੰਨਾ ਕੁ ਵੱਡਾ ਭਲੇ ਦਾ ਕਰਮ ਕੀਤਾ ਸੀ, ਸੇਵਾ ਸੰਬੰਧ ਕੀਤਾ ਸੀ, ਉਹਦਾ ਸੁੱਖ ਫਲ ਸੀਗਾ। ਜਿੱਡਾ ਕੁ ਵੱਡਾ ਕੀਤਾ ਉੱਡਾ ਕੁ ਸਾਨੂੰ ਸੁੱਖ ਮਿਲ ਗਿਆ। ਇਹ ਗੱਲ ਵੱਖਰੀ ਹੈ ਕਿ ਅਸੀਂ ਸੰਸਾਰ ਦੇ ਲੋਕਾਂ ਨੂੰ ਦੋਸ਼ ਦੇਈਏ ਜਾਂ ਅਸੀਂ ਉਸ ਅਕਾਲ ਪੁਰਖ ਰਾਮ ਮੰਨਾ ਵਾਹਿਗੁਰੂ ਖੁਦਾ ਨੂੰ ਦੋਸ਼ ਦੇਈਏ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰਤੀ ਇਹ ਗੱਲ, ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ। ਕਹਿੰਦੇ ਕਿਹਨੂੰ ਦੋਸ਼ ਦੇਵਾਂ? ਉਹਨਾਂ ਤੇ ਕਿਹੜੇ ਦੋਸ਼ ਕੀਤੇ ਸੀ ਪਿਆਰਿਓ, ਤੇ ਕਿਹੜੀ ਉਹਨਾਂ ਨੂੰ ਸਜ਼ਾ ਮਿਲਣੀ ਸੀ? ਉੱਤੇ ਸਾਨੂੰ ਸੰਬੋਧਨ ਕਰਕੇ ਕਹਿੰਦੇ ਆ, ਸਾਡੇ ਵੱਲ ਇਸ਼ਾਰਾ ਕਰਕੇ ਦਿੰਦੇ ਆ, ਕਹਿੰਦੇ ਨੇ ਵੀ ਕਿਸੇ ਨੂੰ ਸੰਸਾਰ ਦੇ ਲੋਕੋ ਕਿਸੇ ਨੂੰ ਦੋਸ਼ ਨਾ ਦਿਓ। ਜੋ ਤੁਸੀਂ ਕਰਮਾਂ ਵਿੱਚ ਕੀਤਾ ਆਪਣੇ ਪਿਛਲੇ ਜਨਮਾਂ 'ਚ, ਉਹ ਤੁਸੀਂ ਭੋਗ ਰਹੇ ਜੀ। ਭਲਾ ਕਰਮ ਕੀਤਾ ਤਾਂ ਸੁੱਖ ਭੋਗ ਰਹੇ ਜੇ, ਬੁਰਾ ਕਰਮ ਕੀਤਾ ਪਾਪ ਕਰਮ ਕੀਤਾ ਤੇ ਦੁੱਖ ਭੋਗ ਰਹੇ ਜੇ। ਕਿਸੇ ਨੂੰ ਦੋਸ਼ ਨਾ ਦੇਣਾ। ਕਿਉਂ? ਦੋਸ਼ ਕਰਮਾਂ ਆਪਣਿਆਂ, ਜਿਹੋ ਜੇ ਮੈਂ ਕਰਮ ਕੀਤੇ ਸੀ ਉਹਨਾਂ ਨੂੰ ਦੋਸ਼ ਦਿਓ ਵੀ ਮੈਂ ਭਲਾ ਕਰਮ ਨਹੀਂ ਕਰ ਸਕਿਆ। ਉਹਨਾਂ ਕੀਤੇ ਕਰਮਾਂ ਨੂੰ ਦੋਸ਼ ਦਿਓ, ਪਰ ਉਧਰ ਭਾਵ ਉਧਰ ਧਿਆਨ ਦਿਓ ਕਿ ਅਸੀਂ ਕੁਝ ਸਮਾਂ ਕਿਤੇ ਪਹਿਲਾਂ ਕੋਈ ਪਾਪ ਕਰਮ ਕਰ ਬੈਠੇ ਹਾਂ, ਜਿਸ ਦਾ ਅਸੀਂ ਅੱਜ ਦੁੱਖ ਭੋਗ ਰਹੇ ਹਾਂ, ਤੇ ਅੱਗੇ ਤੋਂ ਬਚ ਜਾਈਏ। ਇਹ ਵੀ ਦੁੱਖ ਇੱਕ ਸਾਨੂੰ ਸੰਦੇਸ਼ਾ ਦੇਣ ਵਾਸਤੇ ਆਇਆ ਵੇ ਸੱਜਣਾ, ਇਹ ਤਾਂ ਤੈਨੂੰ ਭੋਗਣਾ ਪੈਣਾ ਹੈ ਕੀਤੇ ਹੋਏ ਕਰਮਾਂ ਅਨੁਸਾਰ, ਪਰ ਇਹ ਤੋਂ ਸਿੱਖਿਆ ਲੈ ਲਾ ਕਿ ਅੱਗੇ ਬੁਰਾ ਕਰਮ ਪਾਪ ਕਰਮ ਨਾ ਕਰੇ ਕੋਈ। ਜੇ ਫਿਰ ਵੀ ਨਾ ਹਟੇਗਾ ਤਾਂ ਦੁੱਖ ਵੀ ਦੇਖ ਰਿਹਾ ਤੂੰ ਜੀਵਨ ਵਿੱਚ ਆਇਆ, ਸੁੱਖ ਵੀ ਦੇਖ ਰਿਹਾ ਤੂੰ ਜੀਵਨ ਵਿੱਚ ਆਇਆ। ਜੇ ਇਹਨਾਂ ਤੋਂ ਕੋਈ ਸਿੱਖਿਆ ਮੱਤ ਨਹੀਂ ਲੈ ਸਕਿਆ, ਫਿਰ ਪਸ਼ੂ ਵੀ ਤੇ ਤੇਰੇ ਵਿੱਚ ਕੀ ਅੰਤਰ ਹੈ? ਪਸ਼ੂ ਵੀ ਤੇ ਤੇਰੇ ਵਿੱਚ ਫਿਰ ਕੀ ਅੰਤਰ ਹੈ? ਤੇ ਪਾਤਸ਼ਾਹ ਨੂੰ ਇਹ ਗੱਲ ਕਹਿਣੀ ਪਈ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤ ਵੱਲੋਂ ਇੱਕ ਮਾਨਸ ਬਣਿਆ, ਤੂੰ ਮਨੁੱਖ ਬਣਿਆ ਹੈ, ਇਹਦਾ ਵੀ ਤੈਨੂੰ ਗਰਭ।
ਕਿ ਮੈਂ 84 ਲੱਖ ਜੂਨ ਦਾ ਸਰਦਾਰ? ਤੂੰ ਮੰਨਿਆ ਨਾ ਕਿ ਮੈਂ 84 ਲੱਖ ਜੂਨ ਦਾ ਸਰਦਾਰ ਹੈ, ਮੈਂ ਜੋ ਮਰਜ਼ੀ ਕਰਾਂ। ਕਰਮ ਤੇ ਮਰਿਆਦਾ ਵਿੱਚ ਰਹਿ ਕੇ ਕਰਨਾ ਪੈਣਾ ਪਿਆਰਿਓ। ਜੇ ਸਰਦਾਰ ਹੈ ਤਾਂ ਸਰਦਾਰ ਦਾ ਇਹ ਕੰਮ ਨਹੀਂ ਕਿ ਕਿਸੇ ਦਾ ਗਲ ਘੁੱਟੇ, ਕਿਸੇ ਦਾ ਖੂਨ ਚੂਸੇ। ਸਰਦਾਰ ਦਾ ਬਹੁਤ ਵੱਡਾ ਫਰਜ਼ ਹੈ ਕਿ 84 ਲੱਖ ਜੂਨ ਮੇਰੀ ਸੇਵਾਦਾਰ ਉਸ ਅਕਾਲ ਪੁਰਖ ਨੇ ਬਣਾਈ, ਤੇ ਇਹ ਮੇਰੇ ਸੇਵਾਦਾਰ ਹੈ, ਮੇਰੀ ਸੇਵਾ ਕਰਦੇ ਆ, ਤੇ ਮੈਂ ਇਹਨਾਂ ਨੂੰ ਵੀ ਚੰਗਾ ਸਮਝਾਂ, ਮੈਂ ਵੀ ਇਹਨਾਂ ਦਾ ਭਲਾ ਸੋਚਾਂ। ਹੁਣ ਆਪਾਂ ਅੰਦਾਜ਼ਾ ਲਾ ਕੇ ਦੇਖ ਲਈਏ, ਅਸੀਂ ਮਨੁੱਖ ਤਾਂ ਹੈ, ਪਰ ਭਲੇ ਕਰਮ ਕਿੰਨੇ ਕੁ ਕਰਦੇ? ਫਿਰ ਸਰਦਾਰ ਕੋਣ ਦੇ ਯੋਗ ਹੈ? ਭਲਾ ਕਰ ਰਿਹਾ ਹੈ, ਪੁੰਨ ਦਾਨ ਕਰ ਰਿਹਾ ਹੈ, ਜੀਵਾਂ ਤੇ ਦਇਆ ਕਰ ਰਿਹਾ ਹੈ, ਤਾਂ ਪਿਆਰਿਓ ਇਨਸਾਨ ਹੈ, ਮਨੁੱਖ ਹੈ। ਤੇ ਜੇ ਨਹੀਂ ਕਰੇ ਤੇ ਹਵਾਨ ਹੈ, ਸ਼ੈਤਾਨ ਹੈ। ਪਰ ਇਹਨਾਂ ਕੀਤੇ ਕਰਮਾਂ ਦਾ ਫਲ ਕਿਉਂ ਨਾ ਭੋਗੂਗਾ? ਭੋਗਣਾ ਪਊ ਨਾ। ਜਪਜੀ ਸਾਹਿਬ ਜੀ ਅਸੀਂ ਰੋਜ਼ ਪੜ੍ਹਦੇ ਅੰਮ੍ਰਿਤ ਵੇਲੇ, ਆਪ ਬੀਜ ਆਪੇ ਹੀ ਖਾਓ, ਵੀ ਆਪਣੇ ਹੀ ਕੀਤੇ ਕਰਮਾਂ ਦਾ ਫਲ ਇਨਸਾਨ ਤੂੰ ਖਾ ਰਿਹਾ। ਮੰਨ ਲਓ ਵੀ ਮੈਂ ਘਰ ਵਿੱਚ ਬੇਰੀ ਬੀਜ ਦਿੱਤੀ, ਬੇਰੀ ਦੇ ਕੰਢੇ ਹੁੰਦੇ ਨੇ, ਜਾਂ ਕਿੱਕਰ ਬੀਜਤੀ, ਲਾ ਲਈ, ਇੱਦਾਂ ਕਹਿ ਲਈਏ। ਤੂੰ ਕੰਢੇ ਪਹਿਲਾਂ ਕਿਹਨੂੰ ਲੱਗਣਗੇ? ਅਸੀਂ ਬੀਜੀ ਤੇ ਸਾਨੂੰ ਕੰਢੇ ਪਹਿਲਾਂ ਸਾਨੂੰ ਲੱਗਣਗੇ ਨਾ। ਕੋਈ ਤਾਂ ਪਤਾ ਨਹੀਂ ਸਾਡੇ ਘਰ ਕਦੋਂ ਆਊਗਾ, ਕਦੋਂ ਨਹੀਂ ਆਊਗਾ। ਅਸੀਂ ਤਾਂ 24 ਘੰਟੇ ਰਹਿਣਾ ਨਾ ਘਰ ਵਿੱਚ, ਤਾਂ ਕੰਢੇ ਸਾਨੂੰ ਲੱਗਣਗੇ ਨਾ। ਪਾਤਸ਼ਾਹ ਫਰੀਦ ਸਾਹਿਬ ਨੇ ਇੱਕ ਬੜੀ ਸੋਹਣੀ ਗੱਲ ਕਹੀ, ਸਮਝਾਈ ਸਾਨੂੰ। ਉਹ ਕਹਿੰਦੇ, ਮੰਗਦਾ ਤੂੰ ਫਿਰਦਾ ਸੁੱਖ, ਬੀਜਦਾ ਫਿਰਦਾ ਤੂੰ ਕਿੱਕਰਾਂ ਕੰਡਿਆਂ ਵਾਲੀਆਂ, ਤੇ ਮੰਗਦਾ ਸੁੱਖ ਹੈ। ਕੱਤਦਾ ਫਿਰਦਾ ਭੇਡਾਂ ਬੱਕਰੀਆਂ ਦੀ ਉੱਨ, ਤੇ ਕਹਿੰਦਾ ਮੈਨੂੰ ਰੇਸ਼ਮ ਮਿਲ ਜੇ ਪਾਉਣ ਵਾਸਤੇ ਗਲ ਵਿੱਚ। ਕਹਿੰਦੇ ਹੋ ਸਕਦਾ ਕਦੇ? ਇਹ ਨਹੀਂ ਕਦੇ ਹੋ ਸਕਦਾ। ਜਿਹੜੀ ਚੀਜ਼ ਕੱਤ ਰਿਹਾ ਹੈ ਉਸੇ ਦਾ ਕੱਪੜਾ ਬਣਨਾ ਹੈ, ਉਹ ਤੈਨੂੰ ਪਾਉਣਾ ਪੈਣਾ। ਜਿਹੜਾ ਕਰਮ ਬੀਜ ਰਿਹਾ ਹੈ ਉਹਦਾ ਜਿਹੜਾ ਫਲ ਹੈ ਦੁੱਖ ਸੁੱਖ ਦਾ, ਤੈਨੂੰ ਹੀ ਭੋਗਣਾ ਪੈਣਾ। ਇਹ ਜਿਹੜੇ ਦੁੱਖ ਸੁੱਖ ਆ, ਇਹ ਬੈਠੇ ਸਾਡੇ ਮਨ ਤੇ ਹੀ ਹੈ ਨਾ। ਹੁਣ ਇਹਨਾਂ ਹੀ ਦੁੱਖਾਂ ਦੀ ਜਿਹੜੀ ਦੁੱਖ ਦਾ ਕਾਰਨ ਕੀ ਹੈ? ਮੈਲ, ਕੀਤੇ ਪਾਪ ਕਰਮਾਂ ਦੀ ਮੈਲ। ਤੇ ਫਿਰ ਮੈਲ ਇੱਕ ਜਨਮ ਦੀ ਨਹੀਂ, ਕਰੋੜਾਂ ਜਨਮਾਂ ਦੀ, ਬੇਅੰਤ ਜਨਮਾਂ ਦੀ। ਹੁਣ ਤੇ ਆਪ ਹੀ ਹਿਸਾਬ ਲਾ ਲਓ ਵੀ ਕਦੋਂ ਦਾ ਸਾਜੋ ਗਿਆ, ਕਦੋਂ ਦਾ ਦੁਆਪਰ ਗਿਆ, ਕਦੋਂ ਦਾ ਤ੍ਰੇਤਾ ਗਿਆ, ਕਦੋਂ ਦਾ ਕਲਯੁਗ ਚੱਲਿਆ ਹੈ। ਇੱਥੇ ਤੇ ਬਸ ਨਹੀਂ ਹੋਣੀ ਨਾ। ਪਿਛਲੇ ਯੁੱਗਾਂ ਵਿੱਚ ਤਾਂ ਅਸੀਂ ਜੀਵਨ ਬਸਰ ਕਰਕੇ ਆਏ ਨਾ, ਉਹਨਾਂ ਜਨਮਾਂ ਦੀ ਵੀ ਮੈਲ, ਇਹਨਾਂ ਯੁੱਗਾਂ ਦੀ ਵੀ ਮੈਲ। ਤੇ ਤਕਰੀਬਨ ਆਪਾਂ 3 ਮਹੀਨਿਆਂ ਤੋਂ ਮਨ ਦੀ ਮੈਲ ਦੀ ਗੱਲ ਕਰਦੇ ਹਾਂ। 3 ਮਹੀਨਿਆਂ ਤੋਂ ਵੀ ਕਿਵੇਂ ਉਤਰ ਸਕਦੀ ਮਨ ਦੀ ਮੈਲ।
ਆਪਾਂ ਇੱਕ ਵਿਚਾਰ ਤੇ ਸੁਣ ਟਿਕੇ ਸੀਗੇ ਕਿ ਸੁਣੈ ਦੁਖ ਪਾਪ ਕਾ ਨਾਸ਼। ਆਪਾਂ ਹੁਣੇ ਵਿਚਾਰੇ ਨੇ ਪਾਪ ਕੀਤੇ ਕਰਮਾਂ ਦਾ ਫਲ ਦੁੱਖ, ਤੇ ਪਾਸ਼ਾ ਨੇ ਸੁਣੈ ਦੁਖ ਪਾਪ ਕਾ ਨਾਸ਼। ਰੱਬ ਦੀਆਂ ਕਥਾ ਕਹਾਣੀਆਂ, ਰੱਬ ਦੀਆਂ ਵਡਿਆਈਆਂ, ਰੱਬ ਦਾ ਸੇਵਾ ਸਿਮਰਨ, ਉਹ ਕਰੂਗਾ ਤਾਂ ਹੀ ਬੰਦਾ, ਜੇ ਗੁਰੂ ਕੋ ਸੁਣੂਗਾ ਤਾਂ। ਵੀ ਸਿਮਰਨ ਦਾ ਕੀ ਲਾਭ ਹੈ? ਸਿਮਰਨ ਦਾ ਕੀ ਲਾਭ ਹੈ? ਕਰਮ ਭਲੇ ਕਰਮ ਕਰਨ ਦਾ ਕੀ ਲਾਭ ਹੈ? ਸੁਣਨ ਦਾ ਕੀ ਲਾਭ ਹੈ? ਕੌਣ ਦੱਸੋ? ਗੁਰੂ ਦੱਸੂਗਾ। ਗੁਰੂ ਹੀ ਫਿਰ ਸਾਨੂੰ ਉਪਦੇਸ਼ ਦੇਊਗਾ ਵੀ ਸੱਜਣਾ ਆਹ ਰਸਤਾ ਛੱਡ, ਇਸ ਰਸਤੇ ਤੇ ਚੱਲ। ਆਖਰ ਗੁਰੂ ਦੇ ਕੀ ਦੱਸੇ ਹੋਏ ਉਪਦੇਸ਼ ਨੂੰ ਅਸੀਂ ਸੁਣਾਂਗੇ ਕੰਨਾਂ ਦੇ ਨਾਲ, ਤਾਂ ਹੀ ਉਧਰ ਨੂੰ ਚੱਲਾਂਗੇ ਨਾ, ਉੱਦਾਂ ਨਹੀਂ ਚੱਲ ਸਕਦੇ। ਸਾਨੂੰ ਪਤਾ ਹੀ ਨਹੀਂ ਰਸਤੇ ਦਾ। ਗੁਰੂ ਦੱਸੂਗਾ, ਅਸੀਂ ਸੁਣਾਂਗੇ, ਤਾਂ ਭਲੇ ਕਰਮਾਂ ਨਾਲ ਜੁੜਾਂਗੇ, ਤਾਂ ਸੇਵਾ ਸਿਮਰਨ ਨਾਲ ਜੁੜਾਂਗੇ। ਜਿਉਂ ਜੁੜਾਂਗੇ ਤਿਵੇਂ ਤਿਵੇਂ ਸਾਡੇ ਮਨ ਦੀ ਮੈਲ ਜਿਹੜੀ ਉਹ ਸਾਫ਼ ਹੁੰਦੀ ਜਾਊ। ਉਦਾਹਰਨ ਦੇ ਤੌਰ ਤੇ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਵੀ ਇਹ ਇਨਸਾਨ ਗੁਰੂ ਘਰ ਦੇ ਭਾਂਡੇ ਮਾਂਜ, ਸੰਗਤ ਦੇ ਭਾਂਡੇ ਮਾਂਜ। ਹੁਣ ਭਾਂਡੇ ਮਾਂਜਣਾ ਕਿ ਉਸ ਘਰਾਂ ਵਿੱਚ ਤੇ ਭਾਂਡੇ ਮਾਂਜਦੇ ਹੀ, ਘਰਾਂ ਵਿੱਚ ਵੀ ਆਪਣੇ ਭਾਂਡੇ ਮਾਂਜਦੇ ਆ, ਫਿਰ ਗੁਰੂ ਘਰ ਦੇ ਸੰਗਤ ਦੇ ਭਾਂਡੇ ਮਾਂਜਣ ਦਾ ਵਿੱਚ ਕੀ ਫਰਕ? ਪਾਸ਼ਾ ਕਹਿੰਦੇ ਮਨ ਸੇਵਾ ਕਰਨ ਦੇ ਨਾਲ ਮਨ ਨੀਵਾਂ ਹੁੰਦਾ ਹੈ, ਪਰ ਇੱਕ ਗੱਲ ਕਹਿ ਦਵਾਂ, ਸਾਰਿਆਂ ਦਾ ਨਹੀਂ ਹੁੰਦਾ। ਕਈ ਵਾਰ ਸ਼ੋਭਾ ਕਰਕੇ, ਵਡਿਆਈ ਕਰਕੇ ਵੀ, ਆਪਣੀ ਵਡਿਆਈ ਕਰਾਉਣ ਵਾਸਤੇ ਵੀ ਸੇਵਾ ਕਰਦਾ ਹੈ। ਵੀ ਮੈਨੂੰ 10 ਬੰਦੇ ਦੇਖਦੇ ਹੁੰਦੇ ਮੈਂ ਸੇਵਾ ਕਰਾਂ, ਕਹਿਣ ਵੀ ਇਹ ਸੇਵਾ ਕਰਦਾ ਹੈ। ਇਸ ਸੇਵਾ ਦੀ ਗੱਲ ਨਹੀਂ, ਤਾਂ ਹੰਕਾਰ ਦੀ ਸੇਵਾ, ਆਪਣੀ ਵਡਿਆਈ ਦੀ ਸੇਵਾ ਹੈ। ਪਾਸ਼ਾ ਅੰਦਰੋਂ ਭਿੱਜ ਕੇ ਸੇਵਾ ਕਰ, ਜਿਵੇਂ ਭਾਂਡਾ ਮਾਂਜਣ ਦੇ ਨਾਲ ਰੇਤਾ ਦੇ ਨਾਲ ਲਿਸ਼ਕਦਾ ਏ। ਦੱਸ ਲੋ ਭਾਂਡਾ ਤਾਂ ਬਾਹਰੋਂ ਲਿਸ਼ਕਿਆ, ਉਸੇ ਤੇਰਾ ਅੰਦਰ ਨਾਲ ਦੇ ਨਾਲ ਤੇਰਾ ਮਨ ਜਿਹੜਾ ਹੈ ਨਿਸ਼ਕਾਮ ਸੇਵਾ ਕਰਨ ਦੇ ਨਾਲ ਮਨ ਅੰਦਰੋਂ ਲਿਸ਼ਕਿਆ। ਹੁਣ ਮੈਲ ਉਤਰੂ ਤੇ ਤਾਂ ਲਿਸ਼ਕੂ ਨਾ, ਭਾਂਡੇ ਦੀ ਵੀ ਮੈਲ ਲੱਥੀ ਤਾਂ ਲਿਸ਼ਕਿਆ ਨਾ, ਤੇ ਮਨ ਦੀ ਵੀ ਮੈਲ ਲੱਥੂ ਤਾਂ ਮਨ ਲਿਸ਼ਕੂ ਨਾ। ਲਿਸ਼ਕਣ ਦਾ ਭਾਵ ਹੈ ਸਾਫ਼ ਹੋ ਜਾਣਾ। ਆਪਾਂ ਸੁਣਦੇ ਹਾਂ, ਹਰ ਇੱਕ ਬੰਦੇ ਦੇ ਮੂੰਹ 'ਚ ਸੁਣਦੇ ਹਾਂ, ਮੰਦਰ ਮਸੀਤ ਗੁਰਦੁਆਰਾ ਚਰਚ ਧਰਮ ਸਥਾਨ ਤੇ ਜਾਣ ਦਾ ਕੀ ਫਾਇਦਾ? ਮਨ ਸਾਫ਼ ਹੋਣਾ ਚਾਹੀਦਾ। ਇਹ ਮੂੰਹ ਤੋਂ ਜ਼ੁਬਾਨੀ ਗੱਲ ਕਹਿ ਦਿੱਤੀ ਕਿ ਆਪਣੇ ਮਨ ਨੂੰ ਦੇਖਿਆ ਕਿ ਮੇਰਾ ਮਨ ਸਾਫ਼ ਹੈ। ਆਪਣੇ ਮਨ ਨੂੰ ਦੇਖਿਆ ਜਾਂ ਪੁੱਛਿਆ ਵੀ ਸਾਫ਼ ਹੈ? ਮਨ ਤੇ ਬੋਲ ਕੇ ਕਹਿੰਦਾ ਹੈ ਸੱਜਣਾ ਬਹੁਤ ਬੁਰੇ ਪਾਪ ਕਰਮ ਕੀਤੇ ਤੂੰ, ਜਿਹੜੇ ਮਾਫ ਨਹੀਂ ਹੋਣ ਵਾਲੇ ਉਹ ਕਰਮ ਕੀਤੇ, ਉਹੀ ਸੰਸਕਾਰ ਬਣ ਕੇ ਬੈਠੇ ਨੇ। ਉੱਪਰੋਂ ਕਹਿਣ ਦੇ ਨਾਲ ਤੇਰੀ ਗੱਲ ਬਣਨੀ ਵੀ ਮਨ ਸਾਫ਼ ਹੈ ਮੇਰਾ।
ਸੰਸਾਰ ਦੇ ਲੋਕਾਂ ਨੂੰ ਕਿਸੇ ਗੱਲ ਦੇ ਨਾਲ ਆਪਣੇ ਚੰਚਲ ਬੁੱਧੀ ਦੇ ਕਾਰਨ ਕਿਸੇ ਨੂੰ ਬਾਹਰਲੇ ਇਨਸਾਨ ਨੂੰ ਧੋਖਾ ਦੇ ਸਕਦਾ ਹੈ, ਪਰ ਜਿਹੜਾ ਤੇਰੇ ਅੰਦਰ ਬੈਠਾ ਹੈ ਉਹਨੂੰ ਧੋਖਾ ਨਹੀਂ ਦੇ ਸਕਦਾ। ਉਹ ਤਾਂ ਤੈਨੂੰ ਚੱਲਦਿਆਂ ਫਿਰਦਿਆਂ ਬਹਿੰਦਿਆਂ ਉੱਡਦਿਆਂ ਅੱਗੋਂ ਵੀ ਦੇਖ ਰਿਹਾ, ਪਿੱਛੋਂ ਵੀ ਦੇਖ ਰਿਹਾ, ਤਾਂ ਉਹਦੇ ਕੋਲ ਕੋਈ ਲੁਕਾਰ ਨਹੀਂ ਰੱਖ ਸਕਦਾ ਸਜਣਾ। ਕਿਉਂ? ਦੂਰ ਨਹੀਂ, ਉਹ ਤੇਰੇ ਅੰਦਰ ਹੈ, ਉਹ ਤੇਰੇ ਅੰਗ ਸੰਗ ਹੈ, ਪਰ ਅੰਦਰ ਤੇ ਉਹਨੂੰ ਅੰਗ ਸੰਗ ਸਮਝਣਾ ਹੀ ਬਹੁਤ ਔਖਾ ਹੈ। ਪਾਤਸ਼ਾਹ ਗੁਰਬਾਣੀ ਕਹਿੰਦੇ ਹੈ ਸਭ ਦੇ ਨਿਕਟੋ, ਹੈ ਉਹ ਸਭ ਦੇ ਨਿਕਟ, ਪਰ ਸੋਝੀ ਕਿਸੇ ਕਿਸੇ ਨੂੰ ਆਉਂਦੀ, ਸਾਰਿਆਂ ਨੂੰ ਨਹੀਂ। ਜਿਹੜਾ ਸ਼ੈਤਾਨ ਨਹੀਂ, ਸ਼ੈਤਾਨ ਉਹ ਸੋਝੀ ਆਉਣ ਨਹੀਂ ਦਿੰਦਾ। ਉਹ ਤਾਂ ਕਹਿੰਦਾ ਕੋਈ ਗੱਲ ਨਹੀਂ, ਪਾਪ ਕਰਨ ਲੱਗਿਆ ਸੁਭਾਵਕ ਇੱਕ ਵਾਰ ਮਨ ਵਿੱਚ ਫੁਰਦਾ ਏ, ਹਰ ਕਬਦੇ ਫੁਰਦਾ ਏ, ਤੂੰ ਪਾਪ ਕਰਮ ਕਰਨ ਲੱਗਾ ਏ, ਬੁਰਾ ਕਰਮ ਕਰਨ ਲੱਗਾ ਏ, ਧਰਮ ਦੇ ਵਿਰੁੱਧ ਕਰਨ ਲੱਗਾ ਏ। ਪਰ ਸ਼ੈਤਾਨ ਜਿਹੜਾ ਨਾ, ਉਹ ਕਹਿੰਦਾ ਕੁਝ ਨਹੀਂ ਹੁੰਦਾ, ਆ ਲੋਕ ਕਰੀ ਜਾ ਰਹੇ, ਜਿਹੜੇ ਇਹੋ ਜਿਹੇ ਬੁਰੇ ਕਰਮ ਕਰਦੇ ਆ, ਪਾਪ ਕਰਮ ਕਰਦੇ ਆ, ਲੁੱਟਦੇ ਆ, ਖੁਸੜਦੇ ਆ, ਹੀਰਾ ਪੇਚ ਠੱਗੀ ਠੋਰੀ ਮਾਰਦੇ, ਸੁਖੀ ਨੇ। ਸੁਖੀ ਜੀਵਨ ਆਪਣਾ ਬਸਰ ਕਰ ਰਹੇ ਨੇ, ਤੇ ਤੂੰ ਵੀ ਕਰਦਾ, ਤੈਨੂੰ ਕੀ ਫਰਕ ਪੈਂਦਾ? ਪਰ ਤੂੰ ਇਹ ਤੇ ਨਹੀਂ ਜਾਣਿਆ ਵੀ ਉਹ ਸੁਖੀ ਨਹੀਂ, ਉਹ ਦੁਖੀ ਹੋਣ ਦਾ ਕਰਮ ਕਰ ਰਿਹਾ ਹੈ। ਸੁਖੀ ਨਹੀਂ, ਦੁਖੀ ਹੋਣ ਦਾ ਕਰਮ ਕਰ ਰਿਹਾ ਹੈ। ਅੱਜ ਨਹੀਂ ਤੇ ਕੱਲ੍ਹ ਨੂੰ ਉਹਦਾ ਕਰਮ ਦਾ ਫਲ ਨੂੰ ਭੋਗਣਾ ਪੈਣਾ। ਸਮਝ ਦੇਰ ਤੇ ਲੱਗ ਸਕਦੀ ਹੈ ਨਾ, ਬੀਜ ਉਂਗਰਦਿਆਂ ਨੂੰ ਦੇਰ ਲੱਗ ਸਕਦੀ ਆ, ਬੀਜ ਨੂੰ ਉਂਗਰ ਕੇ ਵੱਡਾ ਪੌਦਾ ਹੁੰਦਿਆਂ ਦੇਰ ਲੱਗ ਸਕਦੀ ਹੈ, ਉਹਨੂੰ ਫਲ ਤੱਕ ਪਹੁੰਚਦਿਆਂ ਹੋਇਆਂ ਦੇਰ ਲੱਗ ਸਕਦੀ ਹੈ। ਉਦਾਹਰਨ ਦੇ ਤੌਰ ਤੇ ਇਮਲੀ ਆ, ਇਤਿਹਾਸ ਇਹ ਗੱਲ ਕਹਿੰਦਾ ਕਿ 35 ਸਾਲ ਬਾਅਦ ਜਾ ਕੇ ਇਮਲੀ ਲੱਗਣੀ ਸ਼ੁਰੂ ਹੁੰਦੀ ਹੈ। ਬੀਜ ਅੱਜ ਬੀਜਿਆ ਹੈ, ਫਲ ਜਿਹੜਾ ਉਹ 30-35 ਸਾਲ ਨੂੰ ਉਡੀਕ ਕਰਨੀ ਪਵੇ ਸਾਨੂੰ, ਪਰ ਉਹ ਫਲ ਮਿਲੂਗਾ ਤਾਂ ਜ਼ਰੂਰ ਨਾ। ਇਹ ਜ਼ਰੂਰ ਹੈ ਕਿ ਉਹ ਬਾਅਦ 'ਚ ਮਿਲ ਜੂਗਾ, ਫਲ ਬਾਅਦ 'ਚ ਮਿਲ, ਲੰਬਾ ਤਾਂ ਹੋ ਸਕਦਾ ਹੈ, ਕਿਉਂਕਿ ਕਾਜ ਕਈ ਵਾਰ ਥੱਲੇ ਦੱਬੇ ਜਾਂਦੇ ਆ। ਜਨਮਾਂ ਜਨਤਾ ਦੇ ਇੱਕ ਮੈਂ ਉਦਾਹਰਨ ਦੇ ਦੇਵਾਂ। ਵਿਚਾਰ ਲੰਬੀ ਹੋ ਜਾਣੀ ਹੈ, ਪਤਾ ਨਹੀਂ ਕਿਹੜੇ ਜਨਮਾਂ ਦਾ ਸਾਨੂੰ ਫਲ ਭੋਗਣਾ ਪੈ ਜਾਏ। ਭਗਵਾਨ ਕ੍ਰਿਸ਼ਨ ਨੂੰ ਪੁੱਛਿਆ ਸੀਗਾ ਧ੍ਰਿਤਰਾਸ਼ਟਰ ਨੇ, ਮੈਂ ਜਨਮ ਤੋਂ ਕਿਉਂ ਅੰਧਾ ਹੋਇਆ? ਮੈਂ ਅੰਧਾ ਬੁੱਢਾ, 100 ਪੁੱਤਰ ਮੇਰੇ ਸਾਹਮਣੇ ਉਹ ਕਾਲ ਖਾ ਗਿਆ, ਕਿਹੜਾ ਕਰਮ ਫਲ ਹੈ? ਤੇ ਭਗਵਾਨ ਕ੍ਰਿਸ਼ਨ ਨੇ ਉੱਤੇ ਕਿਰਪਾ ਕੀਤੀ ਸੀ। ਜਦੋਂ ਪਤਾ ਲੱਗਾ ਕਿ 106 ਜਨਮ ਤੇ 105 ਜਨਮ ਦਾ ਇੰਨਾ ਲੰਬਾ ਜਾ ਕੇ ਫਲ ਭੋਗਣਾ ਪਿਆ। ਹੁਣ 105-6 ਜਨਮ ਕਿੰਨੇ ਚਿਰ ਤੋਂ ਭੋਗੇ ਜਾਣਗੇ ਪਿਆਰਿਓ? ਇੰਨਾ ਲੰਬਾ ਸਾਡਾ ਕੀਤਾ ਉਹ ਕਰਮ ਹੁਣ ਭੋਗ ਰਹੇ ਸੀ। 105-6 ਸਾਲ ਜਨਮ ਬਾਅਦ ਪਰ ਭੋਗਣਾ ਪੈਣਾ। ਇਸ ਵਾਰ ਕੇ ਵੱਧ ਤੋਂ ਵੱਧ ਗੁਰੂ ਦੀ ਵਡਿਆਈ, ਉਸ ਅਕਾਲ ਪੁਰਖ ਦੀਆਂ ਕਥਾ ਕਹਾਣੀਆਂ
ਸੇਵਾ ਸਿਮਰਨ 'ਤੇ ਜ਼ੋਰ ਦੇਣਾ ਚਾਹੀਦਾ ਫਿਰ ਸਾਨੂੰ, ਤਾਂ ਕਿ ਜਨਮਾਂ ਜਨਮਾਂਤਾਂ ਦੀ ਲੱਗੀ ਹੋਈ ਸਾਡੀ ਮਨ ਦੀ ਮੈਲ ਉਤਰ ਜਾਵੇ। ਇਹ ਕਿਸੇ ਕੋ ਉਪਦੇਸ਼ ਸੰਗਤ ਵਿੱਚੋਂ ਗੁਰੂ ਕੋ ਸੁਣਾਂਗੇ ਤਾਂ ਇਹ ਗੱਲ ਬਣੂ, ਫਿਰ ਉਹਦਾ ਨਹੀਂ। ਸਮਾਂ ਹੋ ਗਿਆ, ਪਾਤਸ਼ਾਹ ਕਿਰਪਾ ਕਰੇ ਇੱਥੇ ਆਪਾਂ ਵਿਚਾਰ ਬੰਦ ਕਰ ਦਿੰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਨੀ। ਕੱਲ੍ਹ ਨੂੰ ਜੋ ਆਪਣੇ ਤੇ ਪਾਤਸ਼ਾਹ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਲਵਾਂਗੇ। ਆਓ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।